ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਕਦੇ ਨਾ ਬਦਲਣ ਵਾਲੇ, ਯੁਗਾਂ ਯੁਗ ਇੱਕੋ ਜਿਹੇ ਰਹਿਣ ਵਾਲੇ ਪ੍ਰੇਮੀ ਪਰਮੇਸ਼ਵਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵੱਗਿਆ ਪਰਮੇਸ਼ਰ ਹੈ। ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿ ਕੇ ਸਾਡੇ ਨਾਲ ਆਪਣੀ ਭਲਾਈ ਨੂੰ ਪ੍ਰਗਟ ਕਰਦਾ ਹੈ। ਉਸ ਦੇ ਲਈ ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਅੱਜ ਦੇ ਵਚਨ ਦੇ ਵਿੱਚ ਜੋ ਵੀ ਤੂੰ ਸਾਨੂੰ ਸਿੱਖਿਆ ਦੇਣ ਜਾ ਰਿਹਾ, ਉਸ ਦੇ ਨਾਲ ਅਸੀਂ ਤੇਰੇ ਵਿੱਚ ਚੱਲਦੇ ਹੋਏ, ਤੇਰੇ ਨਾਮ ਦੀ ਮਹਿਮਾ ਵਡਿਆਈ ਕਰਦੇ ਹੋਏ ਤੇਰੇ ਵਿੱਚ ਪਾਏ ਜਾਈਏ। ਅਜਿਹਾ ਹੋਣ ਦੇ ਲਈ ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਔਰ ਇਸ ਵਚਨ ਦੇ ਹਿੱਸੇ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਸਾਡੀ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਹਿੱਸਾ ਲਿਆ ਹੈ ਉਹ ਲਿਆ ਹੈ ਰਾਜਿਆਂ ਦੀ ਕਿਤਾਬ ਦੇ ਵਿੱਚੋਂ। ਦੂਸਰਾ ਰਾਜਾ, ਉਸ ਦਾ 18 ਅਧਿਆਏ, ਉਸ ਦੀ 1 ਤੋਂ 6 ਆਇਤਾਂ ਤੱਕ ਦਾ ਮੈਂ ਹਿੱਸਾ ਲਿਆ ਹੈ। ਇੱਥੇ ਇਸ ਤਰ੍ਹਾਂ ਲਿਖਿਆ, ਫੇਰ ਆਇਓ ਹੋਇਆ ਭਾਈ ਇਸਰਾਇਲ ਦੇ ਪਾਤਸ਼ਾਹ ਏਲੀਆ ਦੇ ਪੁੱਤਰ ਹੋਸ਼ੇ ਦੇ 3 ਵਰ੍ਹੇ ਵਿੱਚ ਆਹਾਜ਼ ਦੇ ਪੁੱਤਰ ਹਿਜ਼ਕਿਯਾ ਯਹੂਦਾ ਦਾ ਪਾਤਸ਼ਾਹ ਰਾਜ ਕਰਨ ਲੱਗਾ। ਜਦ ਉਹ ਰਾਜ ਕਰਨ ਲੱਗਾ ਤਾਂ ਉਹ 25 ਵਰ੍ਹਿਆਂ ਦਾ ਸੀ ਅਤੇ ਉਸ ਦੇ 29 ਵਰ੍ਹੇ ਯਰੂਸ਼ਲਮ ਦਾ ਰਾਜ ਕੀਤਾ। ਔਰ ਉਸ ਦੀ ਮਾਤਾ ਦਾ ਨਾਂ ਅਬੀ ਸੀ, ਜੋ ਜ਼ਕਰਿਆ ਦੀ ਧੀ ਸੀ, ਅਤੇ ਸਭ ਕੁਝ ਉਸ ਦੇ ਪਿਓ ਦਾਊਦ ਨੇ ਜੋ ਕੀਤਾ ਸੀ ਉਸੇ ਤਰ੍ਹਾਂ ਉਹ ਕੰਮ ਕੀਤੇ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ। ਉਸ ਨੇ ਬੱਚਿਆਂ ਦੀ ਉੱਚੀਆਂ ਥਾਵਾਂ ਨੂੰ ਹਟਾ ਦਿੱਤਾ ਅਤੇ ਥੰਬਾਂ ਨੂੰ ਟੁਕੜੇ ਟੁਕੜੇ ਕਰ ਦਿੱਤਾ ਔਰ ਟੁੰਡਾਂ ਨੂੰ ਵੱਢ ਸੁੱਟਿਆ ਔਰ ਪਿੱਤਲ ਦੇ ਸੱਪ ਨੂੰ ਜੋ ਮੂਸਾ ਨੇ ਬਣਾਇਆ ਸੀ ਚਕਨਾਚੂਰ ਕਰ ਦਿੱਤਾ, ਕਿਉਂ ਜੋ ਉਹਨਾਂ ਦਿਨਾਂ ਤਾਈਂ ਇਸਰਾਏਲੀ ਉਹਦੇ ਅੱਗੇ ਧੂਪ ਦਿਖਾਉਂਦੇ ਸਨ, ਜੋ ਉਸ ਨੇ ਉਹਦਾ ਨੌ ਸਥਾਨ ਰੱਖਿਆ। ਉਹ ਯਹੋਵਾ ਇਸਰਾਇਲ ਦੇ ਪਰਮੇਸ਼ਰ ਉੱਤੇ ਭਰੋਸਾ ਰੱਖਦਾ ਸੀ, ਇੱਥੋਂ ਤਾਈ ਕਿ ਭਾਈ ਉਸ ਦੇ ਪਿੱਛੋਂ ਯਹੂਦਾ ਦੇ ਸਾਰੇ ਪਾਤਸ਼ਾਹ ਵਿੱਚੋਂ ਇੱਕ ਵੀ ਉਸ ਦੇ ਵਰਗਾ ਨਾ ਹੋਇਆ ਔਰ ਨਾ ਉਸ ਤੋਂ ਪਹਿਲਾਂ ਕੋਈ ਹੋਇਆ ਸੀ। ਉਹ ਯਹੋਵਾ ਦੇ ਨਾਲ ਚੰਬੜਿਆ ਰਿਹਾ ਔਰ ਉਹ ਦੇ ਪਿੱਛੋਂ ਤੁਰਨਾ ਨਾ ਹਟਿਆ, ਪਰ ਉਹਦੇ ਹੁਕਮਾਂ ਨੂੰ ਮੰਨਦਾ ਰਿਹਾ ਔਰ ਜਿਹੜੇ ਯਹੋਵਾ ਨੇ ਮੂਸਾ ਨੂੰ ਦਿੱਤੇ ਸਨ। ਇਸ ਦਾ ਜੋ ਮੈਂ ਸਬਜੈਕਟ ਲਿਆ ਹੈ, ਵਿਸ਼ਾ ਲਿਆ ਹੈ, ਉਹ ਹੈ ਪ੍ਰਭੂ ਦੇ ਵਚਨ ਦੇ ਅਨੁਸਾਰ ਚੱਲਣਾ। ਵਾਕ ਅਕੋਰਡਿੰਗ ਟੂ ਦਾ ਵਰਡ ਆਫ ਗॉड, ਮਤਲਬ ਕਿ ਪ੍ਰਭੂ ਦੇ ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਾ। ਬਹੁਤ ਘੱਟ ਲੋਕ ਹੈ ਜਿਹੜੇ ਅੱਜ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਹਨ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਪ੍ਰਭੂ ਦੀ ਜੋ ਮਰਜ਼ੀ ਹੋਵੇ ਉਹ ਪੂਰੀ ਹੋਵੇ। ਪ੍ਰਭੂ ਦੀ ਮਰਜ਼ੀ ਤਾਂ ਉਹਦਾ ਵਚਨ ਹੈ ਔਰ ਉਹ ਵਚਨ ਆਪ ਨੂੰ ਪੂਰਾ ਕਰਨ ਦੇ ਲਈ ਕਿਹਾ ਗਿਆ ਹੈ ਔਰ ਉਹਦਾ ਇੱਛਾ ਦਾ ਜੋ ਸਾਰਾਂਸ਼ ਹੈ ਉਹ ਇਸ ਵਚਨ ਦੇ ਵਿੱਚ ਹੈ। ਫਿਰ ਵੀ ਅਸੀਂ ਕਹਿੰਦੇ ਹਾਂ ਕਿ ਪ੍ਰਭੂ ਦੀ ਮਰਜ਼ੀ ਤਾਂ ਵਚਨ ਦੇ ਵਿੱਚ ਲਿਖੀ ਹੋਈ ਹੈ। ਪ੍ਰਭੂ ਨੇ ਕਿਹਾ, ਜਿਸ ਤਰ੍ਹਾਂ ਦਾ ਮੇਰਾ ਸੁਭਾਅ ਹੈ ਉਸ ਤਰ੍ਹਾਂ ਦਾ ਤੁਹਾਡਾ ਸੁਭਾਅ ਹੋਵੇ। ਤੇ ਕੀ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ? ਜਦੋਂ ਕੋਈ ਬੁਰਾ ਹੋ ਰਿਹਾ ਹੈ ਤਾਂ ਵੀ ਅਸੀਂ ਕਹਿੰਦੇ ਹਾਂ ਪ੍ਰਭੂ ਦੀ ਮਰਜ਼ੀ ਹੈ, ਜਦੋਂ ਆਪਣਾ ਕੋਈ ਚੰਗਾ ਹੋ ਰਿਹਾ ਤਾਂ ਵੀ ਅਸੀਂ ਕਹਿ ਰਹੇ ਹਾਂ ਪ੍ਰਭੂ ਦੀ ਮਰਜ਼ੀ ਹੈ। ਪ੍ਰਭੂ ਦੀ ਮਰਜ਼ੀ ਤਾਂ ਕਦੇ ਬੁਰੇ ਕੰਮ ਨੂੰ ਹੋਈ ਨਹੀਂ। ਇੱਥੇ ਮੈਂ ਕਰੈਕਟਰ ਇਸ ਕਰਕੇ ਲਿਆ ਕਿਉਂਕਿ ਇਸ ਕਰੈਕਟਰ ਦੇ ਵਿੱਚ ਮੈਂ ਪੂਰੀ ਪ੍ਰਭੂ ਦੀ ਇੱਛਾ ਨੂੰ ਪੂਰਨ ਕਰਨ ਵਾਲਾ ਮਨ ਅਤੇ ਪੂਰਨ ਕਰਨ ਵਾਲਾ ਦਿਲ ਔਰ ਪੂਰਨ ਕਰਨ ਵਾਲਾ ਪਰਮੇਸ਼ਰ ਦੇ ਵਚਨ ਦੇ ਉੱਤੇ ਚੱਲਣ ਵਾਲਾ ਇੱਕ ਚਰਿੱਤਰ ਦੇਖਿਆ ਹੈ। ਔਰ ਇਹ ਚਰਿੱਤਰ ਸਾਨੂੰ ਪੁਰਾਣੇ ਨੇਮ ਦੇ ਵਿੱਚ ਵੀ ਮਿਲਦਾ ਹੈ, ਨਵੇਂ ਨੇਮ ਦੇ ਵਿੱਚ ਵੀ ਮਿਲਦਾ ਹੈ। ਦੋਨਾਂ ਦੇ ਵਿੱਚ ਪਰਮੇਸ਼ਰ ਨੇ ਇਕੁਐਲਿਟੀ ਰੱਖੀ ਹੋਈ ਹੈ। ਮੈਂ ਆਪ ਦਾ ਧਿਆਨ ਇੱਥੇ ਲੈ ਕੇ ਜਾ ਰਿਹਾ ਹਾਂ 3 ਆਇਤ ਦੇ ਵਿੱਚ।
ਲਿਖਿਆ ਹੈ, ਅਤੇ ਸਭ ਕੁਝ ਜੋ ਉਸਦੇ ਪਿਓ ਦਾਊਦ ਨੇ ਕੀਤਾ ਸੀ, ਉਸ ਨੇ ਉਸੇ ਤਰ੍ਹਾਂ ਉਹ ਕੰਮ ਕੀਤੇ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ। ਇਹਦਾ ਮਤਲਬ ਜੋ ਪ੍ਰਭੂ ਦੀ ਇੱਛਾ ਦੇ ਅਨੁਸਾਰ, ਪ੍ਰਭੂ ਦੀ ਮਰਜ਼ੀ ਦੇ ਅਨੁਸਾਰ ਪਰਮੇਸ਼ਰ ਦਾ ਵਚਨ ਸੀ, ਜਦੋਂ ਅਸੀਂ ਉਸ ਦੇ ਅਨੁਸਾਰ ਚੱਲਦੇ ਹਾਂ ਤਾਂ ਪ੍ਰਭੂ ਵੀ ਉਸ ਦੀ ਸਾਖੀ ਆਪਣੇ ਵਚਨ ਦੇ ਵਿੱਚ ਪ੍ਰਗਟ ਕਰਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪੁਸਤਕਾਂ ਖੋਲੀਆਂ ਜਾਣੀਆਂ ਸਾਡੇ ਕੰਮਾਂ ਦੀਆਂ, ਤਾਂ ਉਹਨਾਂ ਵਿੱਚ ਇਹ ਜ਼ਿਕਰ ਮਿਲਨੇ ਆ। ਸਾਡੀ ਇੱਕ ਪੁਸਤਕ ਲਿਖੀ ਜਾ ਰਹੀ ਹੈ। ਤੁਸੀਂ ਸੋਚੋ ਉਸ ਪੁਸਤਕ ਦੇ ਵਿੱਚ ਕੀ ਹੋਵੇਗਾ। ਇੱਥੇ ਤਾਂ ਹਿਜ਼ਕੀਆ ਦੇ ਜੀਵਨ ਦੇ ਬਾਰੇ ਜੋ ਲਿਖਿਆ ਹੈ ਉਹ ਪ੍ਰਗਟ ਕੀਤਾ ਗਿਆ ਹੈ। ਹਿਜ਼ਕੀਆ ਦੇ ਜੀਵਨ ਦੇ ਬਾਰੇ ਕੀ ਲਿਖਿਆ ਗਿਆ ਹੈ, ਜੋ ਉਸਨੇ ਠੀਕ ਕੀਤਾ, ਉਹ ਵੀ ਪਰਮੇਸ਼ਰ ਨੇ ਇੱਥੇ ਰੇਖਾਂਕਿਤ ਕੀਤਾ ਹੈ। ਕੀ ਰੇਖਾਂਕਿਤ ਕੀਤਾ ਹੈ? ਉਸਨੇ ਉੱਚੀਆਂ ਥਾਵਾਂ ਨੂੰ ਹਟਾ ਦਿੱਤਾ। ਉੱਚੀਆਂ ਥਾਵਾਂ ਨੂੰ, ਇਹ ਬੜੀ ਇੰਪੋਰਟੈਂਟ ਗੱਲ ਹੈ। ਉੱਚੀਆਂ ਥਾਵਾਂ ਕੀ ਹੈ? ਮੇਰੇ ਲਈ ਕੋਈ ਉੱਚਾ ਅਜਿਹਾ ਵਿਅਕਤੀ ਜੋ ਆਦਰ ਦੇ ਯੋਗ ਹੈ। ਉਸ ਨੇ ਆਪਣੇ ਜੀਵਨ 'ਚ ਸਿਰਫ ਉੱਚਾ ਪਰਮੇਸ਼ਰ ਨੂੰ ਰੱਖਿਆ, ਨਾ ਆਪਣੇ ਕਿਸੇ ਅਜ਼ੀਜ਼ ਨੂੰ ਉੱਚਾ ਰੱਖਿਆ, ਨਾ ਆਪਣੇ ਪੈਸੇ ਨੂੰ ਉੱਚਾ ਰੱਖਿਆ, ਨਾ ਆਪਣੇ ਸ਼ੋਹਰਤ ਨੂੰ। ਜਿਸ ਥਾਂ ਦੇ ਉੱਤੇ, ਜਿਸ ਗੱਦੀ ਦੇ ਉੱਤੇ ਬੈਠਾਇਆ ਗਿਆ ਸੀ, ਉਸ ਨੂੰ ਵੀ ਉਸਨੇ ਉੱਚਾ ਨਹੀਂ ਰੱਖਿਆ, ਉਹਨਾਂ ਨੂੰ ਹਟਾ ਦਿੱਤਾ ਆਪਣੇ ਜੀਵਨ ਦੇ ਵਿੱਚ। ਕੀ ਅਸੀਂ ਉਹਨਾਂ ਚੀਜ਼ਾਂ ਨੂੰ ਹਟਾਇਆ ਹੈ? ਕਈ ਵਾਰ ਮੈਂ ਇੱਥੇ ਆਪਣੇ ਲੋਕਾਂ ਦੇ ਵਿੱਚ ਇਹ ਸੁਣਦਾ ਹਾਂ ਕਿ ਫਲਾਨਾ ਪ੍ਰਚਾਰਕ ਬੜਾ ਕਰਨੀ ਵਾਲਾ ਹੈ, ਫਲਾਨਾ ਪ੍ਰਚਾਰਕ ਬੜੀ ਕਰਨੀ ਵਾਲਾ, ਫਲਾਨਾ ਪ੍ਰਚਾਰਕ ਇੱਦਾਂ, ਫਲਾਨਾ ਪ੍ਰਚਾਰਕ ਇੱਦਾਂ, ਫਲਾਨਾ ਇੱਦਾਂ। ਕਦੇ ਮੈਂ ਇਹ ਨਹੀਂ ਸੁਣਿਆ ਕਿ ਸਾਡਾ ਪਰਮੇਸ਼ਰ ਇਸ ਤਰ੍ਹਾਂ ਦਾ ਹੈ, ਸਾਡੇ ਪਰਮੇਸ਼ਰ ਨੇ ਇਸ ਤਰ੍ਹਾਂ ਗੱਲ ਕੀਤੀ ਹੈ, ਅਸੀਂ ਜੋ ਪਰਮੇਸ਼ਰ ਦੇ ਵਚਨ ਦੇ ਨਾਲ ਸਿੱਖਿਆ, ਉਸ ਵਚਨ ਦੇ ਅਨੁਸਾਰ ਅਸੀਂ ਚੱਲੇ ਹਾਂ, ਸਾਨੂੰ ਆਹ ਚੀਜ਼ਾਂ ਪ੍ਰਾਪਤ ਹੋਈਆਂ। ਅਸੀਂ ਇਹ ਨਹੀਂ ਸੁਣਿਆ। ਅਸੀਂ ਆਪਣਾ ਇਹ ਕਹਿੰਦੇ ਸਾਡਾ ਪ੍ਰਚਾਰਕ ਇੱਦਾਂ, ਸਾਡਾ ਪ੍ਰਚਾਰਕ ਇੱਦਾਂ। ਪੌਲਸ ਰਸੂਲ ਇਹੋ ਤਾਂ ਕੁਰਿੰਥੀਆਂ ਦੇ ਵਿੱਚ ਕਹਿੰਦਾ ਹੈ। ਕੀ ਕਹਿੰਦਾ ਹੈ? ਮੈਂ ਉਹ ਵੀ ਆਪ ਦੇ ਲਈ ਪੜ੍ਹ ਰਿਹਾ ਹਾਂ। ਪਹਿਲਾ ਕੁਰਿੰਥੀਆਂ 3 ਅਧਿਆਏ, ਪਹਿਲਾ ਕੁਰਿੰਥੀਆਂ 3 ਅਧਿਆਏ ਦੇ ਵਿੱਚ ਇੱਥੇ ਕਹਿੰਦਾ ਹੈ, ਫਿਰ ਜਦੋਂ ਇੱਕ ਕਹਿੰਦਾ ਹੈ ਭਾਈ ਮੈਂ ਪੌਲਸ ਦਾ, ਦੂਸਰਾ ਕਹਿੰਦਾ ਹੈ ਕਿ ਮੈਂ ਅਪੋਲਸ ਦਾ ਹਾਂ, ਤਾਂ ਕੀ ਤੁਸੀਂ ਇਨਸਾਨ ਹੀ ਨਹੀਂ? ਫਿਰ ਅਪੋਲਸ ਕੀ ਹੈ, ਪੌਲਸ ਕੀ ਹੈ? ਮੇਰੇ ਸੇਵਕ, ਜਿਨ੍ਹਾਂ ਦੇ ਵਸੀਲੇ ਤੁਸਾਂ ਨਿਚਾ ਕੀਤੀ, ਜਿਵੇਂ ਪ੍ਰਭੂ ਨੇ ਹਰੇਕ ਨੂੰ ਦਾਨ ਦਿੱਤਾ। ਮੈਂ ਤਾਂ ਬੂਟਾ ਲਾਇਆ, ਅਪੋਲਸ ਨੇ ਸਿੰਜਿਆ, ਤੇ ਪਰਮੇਸ਼ਰ ਨੇ ਵਧਾਇਆ। ਪਰਮੇਸ਼ਰ ਦਾ ਨਾਂ ਹੀ ਹੈ ਨਹੀਂ। ਕਿਹਦਾ ਨਾਂ ਹੈ? ਸੇਵਕ ਦਾ ਨਾਮ ਹੈ। ਮੈਂ ਇਸ ਸੇਵਕ ਨਾਲ ਏਦਾਂ ਕੀਤਾ। ਮੈਂ ਇਹ ਨਹੀਂ ਕਹਿੰਦਾ ਸੇਵਕ ਦਾ ਨਾਂ ਨਹੀਂ ਲੈਣਾ ਚਾਹੀਦਾ, ਲੈਣਾ ਚਾਹੀਦਾ। ਕਿਉਂਕਿ ਜਿਸ ਵਿਅਕਤੀ ਦੇ ਕੋਲੋਂ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਸੁਣਦੇ ਹੋ ਅਤੇ ਉਸ ਦੇ ਜੀਵਨ ਨੂੰ ਚੱਲਦੇ ਹੋਏ ਦੇਖਦੇ ਹੋ, ਉਸ ਦੇ ਬਾਰੇ, ਉਸ ਦੀ ਗਵਾਹੀ ਦੇਣ ਦੇ ਬਾਰੇ ਸਾਨੂੰ ਕੋਈ ਵੀ ਰੁਕਾਵਟ ਨਹੀਂ ਹੋਣੀ ਚਾਹੀਦੀ ਹੈ। ਪਰ ਜੇ ਅਸੀਂ ਉਸ ਨੂੰ ਪਰਮੇਸ਼ਵਰ ਦੇ ਸਵਰੂਪ, ਉਸ ਦੇ ਤੁਲ ਲੈ ਕੇ ਜਾ ਰਹੇ ਹੋ ਤਾਂ ਇਹ ਗਲਤ ਹੈ। ਬਾਈਬਲ ਦੇ ਵਿੱਚ ਜਦੋਂ ਪੌਲਸ ਅਤੇ ਬਰਨਾਬਾਸ ਨੂੰ, ਜਦੋਂ ਉਹਨਾਂ ਨੇ ਉਸ ਜਗ੍ਹਾ ਦੇ ਉੱਤੇ ਇੱਕ ਵਿਅਕਤੀ ਨੂੰ ਚੰਗਾ ਕੀਤਾ, ਤਾਂ ਉਹਨਾਂ ਨੇ ਉਹਨੂੰ ਚੱਕ ਲਿਆ। ਉਹ ਕਿਸੇ ਨੇ ਉਸ ਨੂੰ ਜੈਰੁਸ ਦੇਵਤਾ ਕਹਿਤਾ, ਕਿਸੇ ਨੇ ਕੋਈ ਦੇਵਤਾ ਕਹਿ ਦਿੱਤਾ, ਅਤੇ ਉਹਨੂੰ ਮੰਦਿਰ ਦੇ ਵਿੱਚ ਪੂਜਣ ਦੇ। ਤਦ ਪੌਲਸ ਅਤੇ ਬਰਨਾਬਾਸ ਨੇ ਆਪਣੇ ਕੱਪੜੇ ਫਾੜੇ। ਫਾੜਨ ਦਾ ਮਤਲਬ ਕੀ ਹੈ? ਉਸ ਦਾ ਆਦੇਸ਼ ਇਹ ਸੀ ਕਿ ਅਸੀਂ ਪਰਮੇਸ਼ਵਰ ਦੇ ਯੋਗ ਨਹੀਂ, ਪਰਮੇਸ਼ਵਰ ਹੀ ਮਹਿਮਾ ਦੇ ਯੋਗ ਹੈ। ਤੇ ਅਸੀਂ ਪ੍ਰਚਾਰਕਾਂ ਦੇ ਨਾਂ ਦੇ ਉੱਤੇ ਆਪਣਾ ਤੂਫਾਨ ਖੜੇ ਕਰਨੇ ਸ਼ੁਰੂ ਕਰ ਦਿੱਤੇ। ਗਲਤ ਹੈ। ਪ੍ਰਚਾਰਕ ਉਹ ਅੱਛਾ ਹੈ, ਸੇਵਕ ਉਹ ਅੱਛਾ ਹੈ ਜਿਹੜਾ ਪਰਮੇਸ਼ਰ ਦੇ ਵਚਨ ਨੂੰ ਸਹੀ ਤਰੀਕੇ ਦੇ ਨਾਲ ਸਿੱਖਿਆ ਦਿੰਦਾ ਹੈ ਔਰ ਉਸ ਵਚਨ ਦੇ ਅਨੁਸਾਰ ਆਪਣੇ ਆਪ ਨੂੰ ਚਲਾਉਂਦਾ ਹੈ। ਤੇ ਉਹਦੀ ਪ੍ਰਜਾ ਉਹਨੂੰ ਦੇਖ ਕੇ ਕਹਿੰਦੀ ਹੈ, ਸਾਡਾ ਰਾਜਾ ਸ਼ਾਂਤੀ ਦੇ ਕਾਰਜ ਨੂੰ ਕਰਨ ਵਾਲਾ ਅਤੇ ਪਰਮੇਸ਼ਰ ਦਾ ਭੈ ਮੰਨ ਕੇ ਚੱਲਣ ਵਾਲਾ ਰਾਜਾ ਹੈ। ਕੀ ਇਸ ਤਰ੍ਹਾਂ ਅਸੀਂ ਕਹਿੰਦੇ ਹਾਂ?
ਕੀ ਇਸ ਤਰ੍ਹਾਂ ਸੁਣਿਆ? ਮੈਂ ਤਾਂ ਇੱਥੋਂ ਤੱਕ ਵੀ ਪੰਜਾਬ ਦੇ ਸੇਵਕਾਂ ਦੇ ਵਿੱਚ ਦੇਖਿਆ ਹੈ ਕਿ ਜਦੋਂ ਉਹ ਆਉਂਦੇ ਨੇ ਤਾਂ ਉਹਨਾਂ ਦੇ ਪੈਰਾਂ ਦੇ ਵਿੱਚ ਝੁਕਦੇ ਨੇ ਅਤੇ ਉਹਨਾਂ ਨੂੰ ਫੁੱਲਾਂ ਦੀ ਮਾਲਾ ਪਹਿਨਾਉਂਦੇ ਨੇ ਅਤੇ ਅੱਗੇ ਉਹਦੇ ਫੁੱਲਾਂ ਦੇ ਹਾਰ ਸੁੱਟਦੇ ਨੇ। ਇਹ ਬੜੀ ਗਲਤ ਗੱਲ ਹੈ ਔਰ ਇਹ ਗਲਤ ਪ੍ਰਥਾ ਹੈ, ਜਦ ਕਿ ਰਸੂਲਾਂ ਦੇ ਪੂਰੀ, ਅਗਰ ਤੁਸੀਂ ਨਵੇਂ ਨਿਯਮ ਦੀ ਅੰਜੀਲ ਪੜ੍ਹ ਲਓ, ਪੁਰਾਣੇ ਨਿਯਮ ਦੀ ਵੀ ਆਪਣਾ ਬਾਈਬਲ ਪੜ੍ਹ ਲਓ, ਨਬੀਆਂ ਦੇ ਨਾਲ ਇਸ ਤਰ੍ਹਾਂ ਦਾ ਸਤਿਕਾਰ ਨਹੀਂ ਪ੍ਰਭੂ ਨੇ ਔਰ ਨਬੀਆਂ ਨੇ ਕਿਹਾ ਵੀ ਨਹੀਂ ਹੈ ਕਿ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਕਰੋ। ਨਬੀ ਉੱਥੇ ਖੁਸ਼ ਹੋ ਜਾਂਦਾ ਹੈ, ਸੇਵਕ ਉੱਥੇ ਖੁਸ਼ ਹੋ ਜਾਂਦਾ ਹੈ ਜਦੋਂ ਉਹਦੇ ਬੱਚੇ ਵਚਨ ਦੇ ਅਨੁਸਾਰ ਚੱਲਦੇ ਆ, ਜਿਹੜੇ ਤੁਹਾਡੇ ਵਿੱਚ ਦਿਨ ਰਾਤ ਵਚਨ ਦੀ ਮਿਹਨਤ ਕਰਦੇ ਆ। ਜਦੋਂ ਤੁਸੀਂ ਉਸ ਵਚਨ ਦੇ ਅਨੁਸਾਰ ਚੱਲਦੇ ਆ, ਸੇਵਕ ਨੂੰ ਉੱਥੇ ਹੀ ਖੁਸ਼ੀ ਹੁੰਦੀ ਹੈ। ਇੱਥੇ ਆਪਣਾ ਅਸੀਂ ਦੇਖਦੇ ਹਾਂ ਜੋ ਪਰਮੇਸ਼ਰ ਦੇ ਵਚਨ ਨੂੰ ਜਿਸ ਨੇ ਆਪਣਾ ਸੁਣਿਆ, ਮੂਸਾ ਦੀ ਦਿੱਤੀ ਹੋਈ ਤਰੀਤ ਨੂੰ ਜੋ ਦਾਊਦ ਦੇ ਰਾਹੀਂ ਉਸ ਨੂੰ ਮਿਲੀ ਹੈ, ਉਸ ਦੇ ਅਨੁਸਾਰ ਉਹਨੇ ਚੱਲਿਆ। ਉਹਨੇ ਉੱਚੀਆਂ ਥਾਵਾਂ ਨੂੰ ਹਟਾ ਦਿੱਤਾ, ਉੱਚੀਆਂ ਥਾਵਾਂ ਜਿਹੜੀਆਂ ਘਮੰਡ ਦੇ ਵਿੱਚ ਸਾਨੂੰ ਲੈ ਆਉਂਦੀਆਂ ਤੇ ਇੱਥੇ ਥੱਲੇ ਡਿੱਗ ਜਾਂਦੇ, ਜਿਨ੍ਹਾਂ ਦੇ ਬਾਰੇ ਆਪਣਾ ਤਿਮੋਥੀਅਸ ਦਾ ਲਿਖਣ ਵਾਲਾ ਕੀ ਕਹਿੰਦਾ ਹੈ, ਮੈਂ ਉਹ ਵੀ ਆਪ ਦੇ ਅੱਗੇ ਪੜ੍ਹ ਰਿਹਾ। 6:10 ਦੇ ਵਿੱਚ ਲਿਖਿਆ ਹੈ, ਕਿਉਂ ਜੋ ਮਾਇਆ ਦਾ ਲੋਭ ਹਰ ਪ੍ਰਕਾਰ ਦੀਆਂ ਬੁਰਾਈਆਂ ਦੀ ਜੜ। ਇੱਥੇ ਅਸੀਂ ਲਿਖ ਸਕਦੇ ਹਾਂ, ਕਿਉਂ ਜੋ ਘਮੰਡ ਦਾ ਲੋਭ ਹਰ ਪ੍ਰਕਾਰ ਦੀਆਂ ਬੁਰਾਈਆਂ ਦੀ ਜੜ ਹੈ ਅਤੇ ਕਈ ਲੋਕ ਉਹਨਾਂ ਨੂੰ ਲੋਚਦਿਆਂ ਨੇਚਾ ਦੇ ਰਾਹੋਂ ਘੁੱਕ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦੇ ਤੀਰਾਂ ਨਾਲ ਵਿੰਨ੍ਹਿਆ ਹੈ। ਕਈ ਸੇਵਕ ਜਾਂਦੇ ਆ, ਉੱਥੇ ਖੜੇ ਰਹਿੰਦੇ ਜਦ ਤੱਕ ਉਹਨਾਂ ਨੂੰ ਸੀਟ ਨਾ ਮਿਲੇ। ਬੜਾ ਅਜੀਬ ਲੱਗਦਾ ਹੈ ਨਾ। ਤੇ ਮੈਨੂੰ ਜਿੱਥੇ ਕਿਤੇ ਮੌਕਾ ਮਿਲੇ, ਮੈਂ ਜ਼ਮੀਨ ਦੇ ਵਿੱਚ ਮੈਨੂੰ ਬੈਠਣ ਦਾ ਮੌਕਾ ਮਿਲੇ ਤਾਂ ਮੈਂ ਉੱਥੇ ਬੈਠ ਜਾਂਦਾ। ਇੱਕ ਵਾਰ ਮੈਨੂੰ ਕਿਸੇ ਨੇ ਸੰਗਤ ਦੇ ਵਿੱਚ ਬੁਲਾਇਆ ਤਾਂ ਮੈਂ ਉੱਥੇ ਚਲਾ ਗਿਆ ਔਰ ਮੈਂ ਜਾ ਕੇ ਪਿੱਛੇ ਸੰਗਤ ਦੇ ਵਿੱਚ ਬਹਿ ਗਿਆ। ਜਦੋਂ ਮੈਂ ਬੈਠਾ ਸਾਂ, ਜਦੋਂ ਉੱਥੇ ਦਾ ਸੇਵਕ ਆਇਆ, ਉਹਨਾਂ ਦੀ ਜਦੋਂ ਮੇਰੇ ਉੱਤੇ ਨਿਗਾਹ ਪੈ ਗਈ, ਉਹਨਾਂ ਨੇ ਵਚਨ ਦੇ ਵਿੱਚ ਹੀ ਰੋਕ ਕੇ ਉਹਨਾਂ ਨੂੰ ਕਿਹਾ ਕਿ ਉਹ ਜੋ ਭਾਈ ਬੈਠੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਓ। ਬਾਣੀ ਦੇ ਵਿੱਚ ਲਿਖਿਆ ਠੀਕ ਹੈ ਕਿ ਸੇਵਕ ਦੁੱਗਣੇ ਆਦਰ ਦੇ ਯੋਗ ਹੋਣ, ਸਹੀ ਹੈ, ਗਲਤ ਨਹੀਂ ਹੈ। ਸਿਖਾਉਣ ਵਾਲਾ ਆਦਰ ਦੇ ਯੋਗ ਹੋਣਾ ਚਾਹੀਦਾ, ਪਰ ਉਹ ਸੇਵਕ ਨਹੀਂ ਹੈ, ਮਤਲਬ ਉਹ ਪਰਮੇਸ਼ਰ ਨਹੀਂ ਹੈ। ਉਹ ਪਰਮੇਸ਼ਰ ਦੇ ਦਿੱਤੇ ਹੋਏ ਨਿਯਮ ਅਗਰ ਸਹੀ ਰੀਤੀ ਨਾਲ ਨਹੀਂ ਸਿਖਾ ਰਿਹਾ ਤਾਂ ਉਹ ਆਦਰ ਦੇ ਯੋਗ ਨਹੀਂ ਹੈ। ਇਹਦਾ ਮਤਲਬ ਇਹ ਹੈ। ਇੱਥੇ ਉਹਨੇ ਉੱਚੇ ਥਾਵਾਂ ਨੂੰ ਹਟਾ ਦਿੱਤਾ ਤੇ ਥੰਬਾਂ ਨੂੰ ਟੁਕੜੇ ਟੁਕੜੇ ਕਰ ਦਿੱਤਾ। ਕਿਹੜੇ ਥੰਬ? ਜਿਹੜੇ ਬੁਰਾਈ ਦੇ ਪਿੱਲਰ ਬਣੇ ਹੋਏ ਆ। ਮੇਰਾ ਚਾਚਾ ਹੈ, ਮੇਰਾ ਮਾਮਾ ਹੈ, ਮੇਰਾ ਫਲਾਨਾ ਹੈ, ਮੇਰਾ, ਉਹ ਹਟਾ ਦਿੱਤੇ। ਉਹਨਾਂ ਥਾਵਾਂ ਤੇ ਕੀ ਖੜਾ ਕਰ ਦਿੱਤਾ? ਪਰਮੇਸ਼ਰ ਦਾ ਥੰਬ, ਜਿਹਨੂੰ ਕੋਈ ਢਾ ਨਹੀਂ ਸਕਦਾ। ਪਤਾ ਹੈ, ਇਸਰਾਇਲ ਦੇ ਉੱਤੇ ਉਹ ਪਰਮੇਸ਼ਰ ਦਾ ਥੰਬ ਹੀ ਹੁੰਦਾ ਸੀ ਜਿਹੜਾ ਉਹਨਾਂ ਦੇ ਉੱਤੇ ਛਾਂ ਕਰਕੇ ਰੱਖਦਾ ਸੀ। ਉਹ ਪਰਮੇਸ਼ਰ ਦਾ ਥੰਬ ਹੀ ਹੁੰਦਾ ਸੀ ਜਿਹੜਾ ਉਹਨਾਂ ਨੂੰ ਲਾਈਟ ਦੇ ਅਧੀਨ ਥੱਲੇ ਲੈ ਕੇ ਜਾਂਦਾ ਸੀ। ਉਹਨਾਂ ਦੇ ਅੱਗੇ ਅੱਗੇ ਲਾਈਟ ਬਣਦਾ ਸੀ। ਅਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਵਚਨ ਦਾ ਥੰਬ ਨਹੀਂ ਖੜਾ ਕੀਤਾ। ਅਸੀਂ ਦੁਨੀਆ ਦੇ ਥੰਬ, ਰਿਸ਼ਤੇਦਾਰ, ਪ੍ਰਚਾਰਕ ਜੋ ਵੀ ਹੈ, ਅਸੀਂ ਉਹ ਪਿੱਲਰ ਬਣਾ ਕੇ ਖੜੇ ਕਰ ਲਏ ਆ। ਅਸੀਂ ਕਹਿੰਦੇ ਆ ਉਹਨਾਂ ਨਾਲ ਸੁਰੱਖਿਅਤ। ਇਸ ਤਰ੍ਹਾਂ ਨਹੀਂ ਹੈ। ਪਰਮੇਸ਼ਰ ਦੇ ਵਚਨ ਨੂੰ ਆਪਣਾ ਪਿੱਲਰ ਬਣਾਓ ਔਰ ਪਰਮੇਸ਼ਰ ਦੇ ਵਚਨ ਨੂੰ ਆਪਣਾ ਉੱਚਾ ਸਥਾਨ, ਉੱਚਾ ਆਦਰ ਦਾ ਥਾਂ ਦਿਓ ਤਾਂ ਤੁਹਾਨੂੰ ਉੱਚਿਆ ਕਰੇਗਾ। ਬਾਈਬਲ ਦੇ ਵਚਨ ਦੇ ਵਿੱਚ ਕੀ ਲਿਖਿਆ ਹੈ, ਮੈਂ ਉਹ ਵੀ ਪੜ੍ਹ ਦਿੰਦਾ ਹਾਂ। ਜੋ ਪਰਮੇਸ਼ਰ ਦੇ ਦਾਸ ਪਤਰਸ ਨੇ 6:5 ਦੇ ਵਿੱਚ ਲਿਖਿਆ ਹੈ, ਮੈਂ ਆਪ ਦੇ ਲਈ ਉਹ ਪੜ੍ਹ ਰਿਹਾ ਹਾਂ। ਪਹਿਲਾ ਪਤਰਸ 6 ਅਧਿਆਏ 5 ਅਧਿਆਏ ਉਸਦੀ 6 ਆਇਤ ਕਹਿੰਦਾ, ਸੋ ਆਪਣੇ ਆਪ ਨੂੰ ਪਰਮੇਸ਼ਰ ਦੇ ਬਲਵੰਤ ਹੱਥਾਂ ਦੇ ਹੇਠ ਨੀਵਿਆਂ ਕਰੋ ਤਾਂ ਤੁਹਾਨੂੰ ਵੇਲੇ ਸਿਰ ਉੱਚਾ ਕਰੇਗਾ। ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਨੀਵੇਂ ਨਹੀਂ, ਲੋਕਾਂ ਦੇ ਅਧੀਨ, ਪਾਸਟਰਾਂ ਦੇ ਅਧੀਨ, ਫਿਰ ਅਸੀਂ ਕਿਵੇਂ ਸੋਚ ਲਵਾਂਗੇ ਕਿ ਅਸੀਂ ਅਧੀਨ ਉੱਚੇ ਹੋ ਜਾਵਾਂਗੇ? ਮੈਂ ਨਹੀਂ ਕਹਿੰਦਾ ਪਾਸਟਰ ਦੇ ਅਧੀਨ ਨਹੀਂ ਹੋਣਾ, ਪ੍ਰਚਾਰਕ ਦੇ ਅਧੀਨ ਹੋਣਾ ਹੈ, ਸੁਣਨਾ ਹੈ, ਪਰ ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਪਰਮੇਸ਼ਰ ਦੇ ਅਧੀਨ ਕਰਕੇ ਰੱਖਣਾ ਹੈ। ਕਿਉਂਕਿ ਪਾਸਵਾਨ ਤੁਹਾਨੂੰ ਇਹ ਸਿਖਾਉਂਦਾ ਹੈ ਕਿ ਤੁਸੀਂ ਪਰਮੇਸ਼ਰ ਦੇ ਅਧੀਨ ਰਹੋ। ਪਾਸਵਾਨ ਤੁਹਾਨੂੰ ਗਲਤ ਅਧੀਨਗੀ ਨਹੀਂ ਦੱਸ ਸਕਦਾ ਹੈ।
ਗਲਤ ਅਧੀਨਗੀ ਦੇ ਵਿੱਚ ਨਹੀਂ ਲੈ ਸਕਦਾ। ਔਰ ਜੋ ਇਸ ਦੁਨੀਆ ਦੇ ਵਿੱਚ ਪੈਰਾਂ ਦੇ ਵਿੱਚ ਹੱਥ ਲਵਾ ਰਹੇ ਆ, ਗਲਿਆਂ ਦੇ ਵਿੱਚ ਹਾਰ ਪਵਾ ਰਹੇ, ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ 6 ਅਧਿਆਏ ਦੇ ਵਿੱਚ ਕਿਹਾ ਉਹਨਾਂ ਨੇ ਆਪਣਾ ਫਲ ਪਾ ਲਿਆ, ਇੱਥੇ ਆਦਰ ਸਤਿਕਾਰ ਲੈ ਲਿਆ, ਪਰ ਸਵਰਗ ਦੇ ਵਿੱਚ ਉਹਨਾਂ ਦੀ ਉਹ ਕੁਰਸੀ ਖੋਹ ਲਿੱਤੀ ਗਈ ਆ, ਉਹਨਾਂ ਨੂੰ ਮਿਲੇਗਾ ਹੀ ਨਹੀਂ ਉਹ ਆਦਰ ਸਤਿਕਾਰ। ਵਚਨ ਦੇ ਪਿੱਛੇ ਚੱਲਣ ਵਾਲੇ ਬਣੋ, प्रभु की आवाज़ सुनने वाले बनो, प्रभु दे अगे इल्तजा मतलब कि प्रार्थना करने वाले बनो, तां प्रभु तुहानूं उत्तर देवेगा। तुसी अपना बंदियां दे अगे झुकदे हो, बंदियां दे अगे करदे हो, बंदे तुहानूं जीवन नहीं दे सकते, बंदियां ने तुहानूं जीवन नहीं दिता, परमेश्वर दे वचन ने तुहानूं जीवन दिता है। बंदे तां तुहाडे लई जरिया बने हैं। बाइबल जो सिखाती है असी वो करना, असी वो नहीं करना जो अपना बंदे कह रहे हैं कि आज कई तो अपनी सिक्ख्या देंदे आ। मैं तो कई इदां दे पासवान भी देखे जिन्हां नूं प्रार्थना करन दा भी तरीका नहीं पता है। जिथे मौत हुई है, जिथे कूड़ा करकट पिया है, जिथे गंदगी पई है, उत्थे जाके भी कहते हालेलुया। पता है परमेश्वर का शब्द किथे यूज करना है। मुर्दा चीज़ां दे कोल असीं हालेलुया नहीं बोलते, असीं जिंदा वस्त दे कोल, जिंदा परमेश्वर दे कोल, जिंदा परमेश्वर दी इबादत दे विच, जिंदा परमेश्वर दे कम्मां दे विच हालेलुया शब्द यूज करते हैं। सही प्रयोजन यही है। सानू यही नहीं पता असीं की कर रहे हैं। रोटी खा के ढिड ते हथ फेरे हालेलुया, व्हाट इज द मीनिंग? इहदा मतलब अर्थ ही नहीं पता है। असी इस तरीके दे नाल तुरे जा रहे हैं। ये सिक्ख्या बड़ी गलत है। सावधान, बी केयरफुल। इत्थे उन्हें थंबा नूं टुकड़े टुकड़े कर दिता अते उन्हां टुंडां नूं वढ सुट्टिया, पित्तल दे सप नूं जो मूसा ने बनाया सी चकना चूर कर दिता। मैं कहंदा शुक्र है कि प्रभु यीशु मसीह दे जन्म की तारीख का नहीं पता, नहीं तो लोगों ने उहदे अपना उस दिन का की हाल, हुण भी मैं देखदा की हाल है। प्रभु यीशु मसीह का जन्म असल विच हो चुका है, ते अज भी असी प्रभु यीशु मसीह का जन्म उन्होंने चरनी का प्रभु बना के कर रहे हैं। प्रभु ने यह नहीं कहा हुण मैं चरनी का प्रभु ने कहा हुण मैं मुक्तिदाता हाँ, हुण मैं न्याय करन लई आउण वाला हाँ। तुसी जाओ सरबत सृष्टि दे विच, तुसी लोकां नूं मेरे वचन दी खुशखबरी दिओ अते उन्हां दी पालना करनी सिखाओ। उस तो उपरंत उन्हां नूं पिता पुत्र अते पवित्र आत्मा दे नां ते बपतिस्मा दिओ अते मेरे चेले बनाओ। वेखो युगां दे अंत तकर सदा मैं तुहाडे नाल। ये होली कमीशन नूं छड्ड के ये परमेश्वर दे महान असी अधिकार दे दिते होए वचन नूं छड्ड के असी उन्हां रीतां रवाजां दे विच लग पए हां जिहड़ियां मनुक्खां दियां बनाईयां होईयां है। असी वचन दे उत्ते नहीं चल रहे हैं। पासवान कहते सजा दिओ, ला दिओ, गुवारे गुरे जो भी हैगा ला दिओ। ये इंजॉय का समा नहीं है, ये परमेश्वर की खुशखबरी का वंडण का समय है। यसू क्यों आया, यसू दे आण दा उद्देश की सी, यसू अज साडे नाल गल्लां किवें करदा है, यसू साडे जीवन दे विच किस तरह सानू अपना उत्साह करदा है, यसू साडे नाल किवें रहिंदा है, यसू सानू किवें अपने पग पग दे विच अगवाई करदा है। ये सारियां गल्लां वचन दे विच सिखाओ, ना कि इन्हां गल्लां दे विच जिन्हां दा कोई सानू सिक्ख्या नहीं मिलती, जिन्हां च सानू कोई उत्साह नहीं मिलता, जिन्हां च सानू कोई फायदा नहीं मिलता, उन्हां दा कोई मतलब नहीं। रोटी खाना पौलुस यही तो गल कहंदा ग्रंथ कहंदा खाना तुहाडे घरां दे विच नहीं, रोटी बनदी है उत्थे भी। फिर असीं किहड़े कम्मां दे विच पए आ? ये नाश होने वालियां गल्लां। इसे करके ये चीज़ां नूं जदों हिजकिय्याह ने परमेश्वर दे वचन नूं पढ़िया तां उहने सब चीज़ां उड़ा दित्तियां, खत्म कर दित्तियां अते वह परमेश्वर दे वचन दे पिछे चल रहा सी। और लिखिया है कि वह परमेश्वर उत्ते भरोसा रखदा सी।
परमेश्वर उत्ते भरोसा रखदा सी। सामरिया दे उत्तरी राज दे पाड़न दा वर्णन करन तो बाद लेखक यहूदा दे इतिहास दे वल मुड़दा है। इस दी शुरुआत उस वेले राजा हिजकिय्याह दे राज तो करदा है। उस नूं यहूदा दे महान राजियां दे विचों गिणिया जाता है, क्योंकि उसने हमेशा परमेश्वर दे उत्ते भरोसा किया। हिजकिय्याह ने पूरी तरह ना परमेश्वर ते भरोसा किया, ओदे हुक्मां दे अनुसार रहा। उन्हें अपने कोई भी हुक्म नहीं लागू किए है। जिमें अज दी सरकार देख लो, जो भी आंदा अपने मन मर्जी नाल हुक्म लद्दी जाती है। लोकां दे विच अपने कानून, लेकिन परमेश्वर दा कानून ही नहीं हैगा। परमेश्वर दा वचन कहता है कि साडे बच्चों दे कोल परमेश्वर दा ज्ञान होना चाहिए है, साडे परिवार दे विच परमेश्वर दा नाम होना चाहिए है, साडे बाहर मसीह यसू दा स्वरूप प्रगट होना चाहिए है। जिथे भी असी जाइए लोग सानू परमेश्वर दी पत्री करके जानन, ये होना चाहिए है। बल्कि इस दे विपरीत हो रहा है कि वह भी साडे वर्गे, असी भी उन्हां वर्गे। अज मेरे नाल गल कर रहे सी, असी अज बाइबल अध्ययन कर रहे सी असैंबली दे विच, तां मैं अपना साडे प्यारे अजीज ने गल कीती कि लोग मसा 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 दा गल कर रहे सी। तुहाडे विच मसा नहीं है, तुहाडे विच मसा नहीं, वो फलाने पास्टर कोल मसा है, फलाने कोल मसा है। मैं ये समझिया कि मसा किस नूं समझदे हैं। मसा यह है कि मेरे विच पवित्र आत्मा आ गया, मैं उठना शुरू करता, मैं गल्लां करनियां शुरू करती। पुराने नियम दे विच इस तरह का कोई मसा नहीं सी, पर मसा कीते हुए लोग सी। नवां नियम दे विच जदों पवित्र आत्मा उतर गया तां ओह मुड़ के वापस नहीं गया। उसने सानू पर जिहड़ा कोई उसनूं अज स्वीकार करदा उसकी अगवाई करदा है। पवित्र आत्मा वापस नहीं गया है, साडे विच ही है। कई लोगों को मैं ये अपना प्रार्थना करदा, मतलब कि विश्वासी मंडलियां दे विच मैं प्रार्थना सुनदा हाँ, पवित्र आत्मा आ साडे विच आ काम कर, साडे विच। व्हाट इज द मीन? पवित्र आत्मा तो तुहाडे विच ही है। तुसी वचन दे अनुसार जिस तरह हिजकिय्याह ने काम किया उस तरह काम करो तो पवित्र आत्मा की समर्थ तुहाडे विच नजर आवेगी। तुहाडे विच पवित्र आत्मा काम करदा होया नजर आवेगा। तुसी कहोगे हालेलुया, परमेश्वर दा वचन मेरे विच क्रियाशील है और मैं उसके कार्य नूं वेख रहा हाँ। असी एक नवीं सिक्ख्या नूं लैके इस दुनिया दे विच तुर पे। मसा दा असल अर्थ की है, मैं तुहानूं ओही दस्सण जा रहा। मसा दा मतलब, मसीह दा मतलब की है? मसा दा मतलब ये संसार है, इस संसार दे विच असी हां। इस संसार दे विच परमेश्वर दा पुत्र जो आया है उसने मैनू इत्थों चुन के अड कर लिया, मतलब कि मैनू इस संसार तो चुन के अलग रख लिया। यह है मसा। संसार तो हुण मैं संसार जे काम नहीं कर रहा। जिदा इत्थे लिखिया सी, उन्होंने पित्तल दा सप उच्चे ते लटकाया, उहदे उत्ते पूजा करदे, उच्चियां छावां बनाईयां, उत्ते थंब बनाए सीगे, टुंड बनाए सीगे, कई कुछ बनाया होया सी, वो सब हटा दिता। इहदा मतलब उन्हें संसार दीयां सारियां गल्लां नूं अपने विचों कढ के मसीहत नूं, जो मसीहत दा वचन, सच्चा वचन, जीवत वचन मैनूं मिलिया है, स्वर्ग राज तक पहुंचण दे लई जिस जिउंदी आस दे विच प्रभु ने मैनू जीवन दिता है, उस दे लई वधन लई दिता है, उस दे विच मैं चलदे जाना है। ते असी मसा कुछ होर ही समझ बैठे, असी मसा दा कुछ होर ही अर्थ ला लिया। ये मसा नहीं है कि मैं उन्हां जिहे काम करा, ये मसा नहीं है कि मैं अपना एक मूर्त बना के यसू मसीह दी ओहदे अगे मत्था टेका। नहीं, गलत है। प्रभु यसू मसीह के अगे प्रार्थना करो, ਉਹਦੇ वचन ਨੂੰ पढ़ो, ਉਹਦੇ अनुसार चलो। प्रभु कहना फिर मैं ਤੁਹਾਡੇ ਨਾਲ ਆਨੰਦਿਤ ਹਾਂ, मैं फिर ਤੁਹਾਡੇ ਨਾਲ। ਅਸੀਂ ਕਿਹੜੇ ਕੰਮ ਦੇ ਵਿੱਚ ਪਏ ਹੋਏ ਹਾਂ? ਉਹ ਆਪਣਾ ਇਸੇ ਕਰਕੇ ਲਿਖਿਆ ਕਿ ਉਹ ਵਿਸ਼ਵਾਸ ਨਾਲ ਪ੍ਰਾਰਥਨਾ ਕਰਦਾ ਸੀ ਅਤੇ ਲੋਕਾਂ ਨੂੰ ਆਪਣੇ ਪਾਪ ਛੱਡ ਕੇ ਪਰਮੇਸ਼ਰ ਵੱਲ ਮੁੜਨ ਦੇ ਲਈ ਬੇਨਤੀ ਕਰਦਾ ਸੀ। हिजकिय्याह मुड़ो, परमेश्वर ਵੱਲ मुड़ो, ਇਹ ਕੰਮ ਛੱਡ ਦਿਓ।
ਇਹਨਾਂ ਕੰਮਾਂ ਦੇ ਨਾਲ ਤੁਹਾਨੂੰ ਮੁਕਤੀ ਨਹੀਂ ਮਿਲਣੀ ਹੈ। ਇਹਨਾਂ ਕੰਮਾਂ ਦੇ ਨਾਲ ਤੁਹਾਡਾ ਛੁਟਕਾਰਾ ਨਹੀਂ ਹੋਣਾ। ਇਹਨਾਂ ਕੰਮਾਂ ਦੇ ਨਾਲ ਤੁਸੀਂ ਪਰਮੇਸ਼ਰ ਦੀ ਸੰਤਾਨ ਨਹੀਂ ਬਣਨਾ। ਇਹਨਾਂ ਕੰਮਾਂ ਦੇ ਨਾਲ ਤੁਸੀਂ ਸਵਰਗ ਦੇ ਵਿੱਚ ਨਹੀਂ ਪਹੁੰਚਣਾ ਹੈ, ਬਲਕਿ ਤੁਸੀਂ ਨਰਕ ਦੀ ਗਤ ਵਿੱਚ ਚਲੇ ਜਾਣਾ ਹੈ। ਇਹ ਹਿਜ਼ਕੀਆ ਦਾ ਸੰਦੇਸ਼ ਹੁੰਦਾ ਸੀ। ਜਦੋਂ ਅਸੀਂ ਉਹਦੀ ਕਿਤਾਬ ਦੇ ਵਿੱਚ ਦੂਸਰਾ ਇਤਿਹਾਸ ਮੈਂ ਆਪਦੇ ਲਈ ਪੜ੍ਹਦਾ ਹਾਂ, ਦੂਸਰਾ ਇਤਿਹਾਸ 30 ਅਧਿਆਇ ਉਸ ਦੀ 6 ਤੋਂ 9 ਆਇਤ। दूसरा इतिहास 30 अध्याय हाँ 6 ਤੋਂ 9 ਇੱਥੇ ਲਿਖਿਆ ਹੈ, ਸੋ ਹਲਕਾਰੇ ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦੇ ਹੱਥੋਂ ਦੇ ਪਰਵਾਨੇ ਲੈ ਕੇ ਇਸਰਾਇਲ ਅਤੇ ਯਹੂਦਾ ਦੇ ਵਿੱਚ ਗਏ ਅਤੇ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ ਇਹ ਆਖਿਆ, ਹੇ ਇਸਰਾਇਲੀਓ, ਤੁਸੀਂ ਯਹੋਵਾ ਵੱਲ ਮੁੜੋ, ਜਿਹੜਾ ਅਬਰਾਹਮ ਅਤੇ ਇਸਹਾਕ ਇਸਰਾਇਲ ਦਾ ਪਰਮੇਸ਼ਰ ਹੈ, ਤਾਂ ਤੁਹਾਡੇ ਬਕੀਏ ਵੱਲ ਜਿਹੜਾ ਆਸੂਰ ਦੇ ਪਾਤਸ਼ਾਹ ਦੇ ਹੱਥੋਂ ਬਚ ਗਿਆ ਹੈ ਫਿਰ ਮੁੜੋ, ਅਤੇ ਤੁਸੀਂ ਆਪਣੇ ਪਿਓ ਦਾਦਿਆਂ ਅਤੇ ਭਰਾਵਾਂ ਵਰਗੇ ਨਾ ਬਣੋ, ਜਿਨ੍ਹਾਂ ਨੇ ਯਹੋਵਾ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਰ ਨਾਲ ਬੇਈਮਾਨੀ ਕੀਤੀ ਅਤੇ ਉਸ ਨੇ ਉਹਨਾਂ ਨੂੰ ਭੈ ਜਲਾਂ ਵਿੱਚ ਪਾ ਦਿੱਤਾ, ਜਿਵੇਂ ਤੁਸੀਂ ਵੇਖਦੇ ਹੋ। ਹੁਣ ਤੁਸੀਂ ਯਹੋਵਾ ਆਪਣੇ ਪਿਓ ਦਾਦਿਆਂ ਵਾਂਗੂ ਹਠੀਏ ਨਾ ਬਣੋ, ਸਗੋਂ ਯਹੋਵਾ ਦੇ ਅਧੀਨ ਹੋ ਜਾਓ ਅਤੇ ਉਸ ਦੇ ਪਵਿੱਤਰ ਸਥਾਨ ਵਿੱਚ ਆਓ, ਜਿਸ ਨੂੰ ਉਸ ਨੇ ਸਦਾ ਦੇ ਲਈ ਪਵਿੱਤਰ ਕੀਤਾ ਹੈ, ਅਤੇ ਯਹੋਵਾ ਆਪਣੇ ਪਰਮੇਸ਼ਰ ਦੀ ਭਗਤੀ ਕਰੋ, ਤਾਂ ਜੋ ਉਸ ਦਾ ਭਾਰੀ ਕਹਿਰ ਤੁਸਾਂ ਉੱਤੇ ਟਲ ਜਾਵੇ। ਜੇ ਤੁਸੀਂ ਯਹੋਵਾ ਵੱਲ ਫੇਰ ਮੁੜੋ ਤਾਂ ਤੁਹਾਡੇ ਭਰਾ ਅਤੇ ਤੁਹਾਡੇ ਪੁੱਤਰ ਅਤੇ ਤੁਹਾਡੇ ਅਸੀਰ ਕਰਨ ਵਾਲਿਆਂ ਦੇ ਅੱਗੇ ਤਰਸਯੋਗ ਬਣੋਗੇ ਅਤੇ ਇਸ ਦੇਸ਼ ਵਿੱਚ ਫਿਰ ਮੁੜ ਆਉਣਗੇ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਰ ਦਿਆਲੂ ਅਤੇ ਕਿਰਪਾਲੂ, ਉਹ ਆਪਣਾ ਮੂੰਹ ਤੁਹਾਥੋਂ ਨਾ ਫੇਰੇਗਾ ਜੋ ਤੁਸੀਂ ਉਹਦੀ ਵੱਲ ਮੁੜੋ। ਇਹ ਸੰਦੇਸ਼ ਦਿੱਤਾ ਗਿਆ ਸੀਗਾ ਹਿਜ਼ਕੀਆ ਦੇ ਵੱਲੋਂ। ਅੱਜ ਇਹ ਸੰਦੇਸ਼ ਸਾਨੂੰ ਪ੍ਰਚਾਰਕਾਂ ਦੇ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਦਿੱਤਾ ਜਾ ਰਿਹਾ ਹੈ। ਪ੍ਰਭੂ ਦੇ ਵਚਨ ਦੇ ਵਿੱਚ ਬਾਰ-ਬਾਰ ਲੋਕ ਇਹੋ ਹੀ ਧਨਕਾਰ ਦੇ ਰਹੇ ਆ, ਇਹੋ ਹੀ ਗੱਲਾਂ ਕਹਿ ਰਹੇ ਆ। ਇੱਥੇ ਚੰਗਾਈ ਦਾ ਸੰਦੇਸ਼ ਨਹੀਂ ਹੈ, ਇੱਥੇ ਤੁਹਾਡੇ ਬਣਨ ਦਾ ਸੰਦੇਸ਼ ਨਹੀਂ ਹੈ। ਇੱਥੇ ਇਹ ਸੰਦੇਸ਼ ਹੈ, ਆਪਣੇ ਪਾਪਾਂ ਤੋਂ ਤੌਬਾ ਕਰੋ, ਪਰਮੇਸ਼ਰ ਦਾ ਰਾਜ ਤੁਹਾਡੇ ਵਿੱਚ ਆਇਆ ਹੈ। ਉਹ ਵਿੱਚ ਕੌਣ ਹੈ? ਯਿਸੂ ਮਸੀਹ ਆ ਗਿਆ ਹੈ, ਉਹ ਹੁਣ ਤੁਹਾਡੇ ਵਿਚਕਾਰ ਹੈ। ਇਸੇ ਕਰਕੇ ਮਰਕਸ ਦੀ ਇੰਜੀਲ 16:15 ਦੇ ਵਿੱਚ ਲਿਖਿਆ, ਜਾਓ, ਜਾ ਕੇ ਤੁਸੀਂ ਸਰਵੱਤ ਸ੍ਰਿਸ਼ਟੀ ਦੇ ਵਿੱਚ ਮੇਰੀ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜਿਹੜੇ ਵਿਸ਼ਵਾਸ ਕਰਨ ਉਹਨਾਂ ਨੂੰ ਤੁਸੀਂ ਬਪਤਿਸਮਾ ਦਿਓ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਂ ਦੇ ਵਿੱਚ, ਅਤੇ ਉਹਨਾਂ ਨੂੰ ਚੇਲੇ ਬਣਾ ਕੇ ਮੇਰੇ ਰਾਜ ਦੇ ਵਿੱਚ ਸਿੱਖਿਆ ਦਿਓ, ਤਾਂ ਕਿ ਜਦੋਂ ਮੇਰਾ ਆਉਣਾ ਹੋਵੇ ਤਾਂ ਮੇਰੇ ਨਾਲ ਬੱਦਲਾਂ ਵਿੱਚ ਉਠਾਏ ਜਾਣ। ਇਹ ਸੰਦੇਸ਼ ਹੈ। ਉਸਦੇ ਰਾਜ ਦੀ ਸ਼ੁਰੂਆਤ ਵਿੱਚ ਉਸਨੇ ਹੈਕਲ ਦੀ ਮੁਰੰਮਤ ਕੀਤੀ ਅਤੇ ਉਸ ਨੂੰ ਸਾਫ਼ ਕੀਤਾ। ਯਾਜਕਾਂ ਤੇ ਲੇਵੀਆਂ ਦੀ ਸੇਵਕਾਈ ਨੂੰ ਫਿਰ ਤੋਂ ਸ਼ੁਰੂ ਕੀਤਾ ਅਤੇ ਫਸਾ ਨੂੰ ਫਿਰ ਤੋਂ ਮਨਾਉਣਾ ਸ਼ੁਰੂ ਕੀਤਾ। ਉਸਨੇ ਝੂਠੇ ਦੇਵਤਿਆਂ ਦੀ ਆਰਾਧਨਾ ਕਰਨ ਵਾਲੇ ਸਥਾਨਾਂ ਅਤੇ ਬੇਦੀਆਂ ਨੂੰ ਢਾਉਣ ਦੇ ਲਈ ਇੱਕ ਪਵਿੱਤਰ ਅਣਖ ਦੇ ਨਾਲ ਕੰਮ ਕੀਤਾ। ਜੇ ਤੁਸੀਂ ਪਰਮੇਸ਼ਰ ਦੇ ਅਣਖੀ ਹੋ ਤਾਂ ਜਿਹੜੀਆਂ ਗੱਲਾਂ ਤੁਹਾਡੇ ਵਿੱਚ ਸੰਸਾਰਿਕ ਹੈ, ਜਿਹੜੀਆਂ ਪਰਮੇਸ਼ਰ ਨੂੰ ਕ੍ਰੋਧ ਦਿਲਾਉਂਦੀਆਂ ਹੈ, ਜਿਸ ਤੋਂ ਪਰਮੇਸ਼ਰ ਘਿਣ ਕਰਦਾ ਹੈ, ਆਪਣੇ ਵਿੱਚੋਂ ਕੱਢ ਦਿਓ, ਤਾਂ ਕਿ ਤੁਸੀਂ ਪਰਮੇਸ਼ਰ ਦੇ ਪਿੱਛੇ ਚੱਲਣ ਵਾਲੇ, ਉਸ ਦੇ ਸੱਚੇ ਭਗਤ ਬਣ ਕੇ ਉਸ ਦੀ ਆਸ਼ੀਸ਼ ਪ੍ਰਾਪਤ ਕਰਨ ਵਾਲੇ ਬਣੋ, ਜਿਸ ਤਰ੍ਹਾਂ ਰਸੂਲ ਬਣਿਆ। ਜਿਸ ਤਰ੍ਹਾਂ ਅੱਜ ਤੁਹਾਡੇ ਸੇਵਕ ਬਣੇ, ਜਿਨ੍ਹਾਂ ਤੋਂ ਤੁਸੀਂ ਸਿੱਖਿਆ ਲੈਂਦੇ ਹੋ। ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰ ਰਹੇ ਹੋ ਤਾਂ ਤੁਹਾਡੇ ਜੀਵਨ ਦੇ ਵਿੱਚ ਉਹ ਹਾਲ ਹੋਵੇਗਾ ਜਿਸ ਤਰ੍ਹਾਂ ਉਸ ਵਿਅਕਤੀ ਦਾ ਹੋਇਆ, ਜਿਸ ਨੇ ਵਿਆਹ ਦੇ ਵਿੱਚ ਤਾਂ ਪਹੁੰਚ ਗਿਆ ਪਰ ਉਹ ਵਿਆਹਣੇ ਕੱਪੜੇ ਪਾਏ ਹੋਏ ਨਹੀਂ ਸੀ। ਇਸ ਕਰਕੇ ਉਸ ਰਾਜੇ ਨੇ ਕਿਹਾ, ਇਸ ਨੂੰ ਘੋਰ ਅੰਧਕਾਰ ਦੀ ਅੱਗ ਦੇ ਵਿੱਚ ਸੁੱਟ ਦਿਓ, ਕਿਉਂਕਿ ਇਹ ਸਾਡੇ ਵਿੱਚ ਰਾਜ ਦੇ ਯੋਗ ਨਹੀਂ। ਇਸ ਲਈ ਪਿਆਰੋ, ਮੈਂ ਆਪ ਦੇ ਅੱਗੇ ਇਹੀ ਬੇਨਤੀ ਕਰਦਾ ਹਾਂ, ਪਰਮੇਸ਼ਰ ਦੇ ਵਚਨ ਦੇ ਪਿੱਛੇ ਚੱਲਣ ਵਾਲੇ ਬਣੋ, ਨਾ ਕਿ ਮਨੁੱਖਾਂ ਦੀਆਂ ਰੀਤਾਂ, ਵਿਧੀਆਂ ਅਤੇ ਸਿੱਧੀਆਂ ਦੇ ਮਗਰ
ਪਿੱਛੇ ਚੱਲਣ ਵਾਲੇ ਬਣੋ, ਕਿਉਂਕਿ ਇਸ ਵੇਲੇ ਕ੍ਰਿਸਮਸ ਦੇ ਮਾਹੌਲ ਦੇ ਵਿੱਚ ਬਹੁਤ ਸਾਰੇ ਲੋਕ ਇੱਕ ਦੂਸਰੇ ਨੂੰ ਗ੍ਰੀਟਿੰਗਸ ਦੇ ਰਹੇ ਆ। ਵਾਟ ਇਜ਼ ਦਾ ਗ੍ਰੀਟਿੰਗਸ? ਮੈਂ ਨਹੀਂ ਸਮਝਦਾ ਕਿਸ ਚੀਜ਼ ਦੀ ਗ੍ਰੀਟਿੰਗਸ ਹੈ, ਪਰ ਇਸ ਵੇਲੇ ਪ੍ਰਭੂ ਦੇ ਸੁਸਮਾਚਾਰ ਸੁਣਾਉਣ ਦਾ ਵੇਲਾ ਹੈ, ਕਿਉਂਕਿ ਪ੍ਰਭੂ ਦੇ ਦਿਨ ਨੇੜੇ ਆਉਣ ਦੇ ਆਪਣਾ ਚਿੰਨ੍ਹ ਪੂਰੇ ਹੋ ਰਹੇ ਆ, ਔਰ ਪ੍ਰਭੂ ਦੇ ਆਉਣ ਦੇ ਚਿੰਨ੍ਹ ਦੇ ਕਾਲ ਪ੍ਰਗਟ ਹੋ ਰਿਹਾ। ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਰਾਜ ਦੇ ਉੱਤੇ ਚੜ੍ਹਾਈ ਕਰ ਰਹੀ ਹੈ, ਤਾਰੇ ਡਿੱਗ ਰਹੇ ਆ। ਇਹਦਾ ਮਤਲਬ ਉਹਦਾ ਨੇੜੇ ਆਉਣਾ ਹੈ। ਇਸ ਲਈ ਸੁਸਮਾਚਾਰ ਦੇ ਉੱਤੇ ਪ੍ਰਚਾਰ ਕਰੋ, ਔਰ ਉਹ ਆਪਣੇ ਵੇਲੇ ਸਿਰ ਤੁਹਾਨੂੰ ਆਪਣੇ ਨਾਲ ਲੈ ਲਵੇਗਾ ਜਿਹੜੇ ਉਹਦੇ ਵਚਨ ਦੇ ਨਾਲ ਚੱਲਦੇ ਆ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਚੱਲਦਿਆਂ ਹੋਇਆ ਉਸ ਤੱਕ ਪਹੁੰਚਣ ਦੇ ਲਈ ਮਦਦ ਕਰੇ, ਉਸ ਦੇ ਅਨੁਸਾਰ ਜੀਵਨ ਬਤੀਤ ਕਰਨ ਦੀ ਮਦਦ ਕਰੇ, ਤਾਂ ਕਿ ਉਸ ਦਾ ਨਾਮ ਉੱਚਾ ਹੋਵੇ, ਪ੍ਰਭੂ ਦੇ ਨਾਮ ਦੀ ਮਹਿਮਾ ਹੋਵੇ। ਜੈ ਮਸੀਹ ਦੀ।